Hello students, in the previous lecture we have discussed about the X and Y chromosome or XX and XY type of sex determination in different organisms. In this case we have read about the SRY gene, about TDF factor that determine the sex of the offspring. So further we have the two chromosome X and Y chromosome. We will discuss about the genes and the different reasons of this chromosome. First of all, there is a PAR1 reason that is known as pseudo-autosomal reasons. These reasons are homologous in X and Y chromosome. So these are the only reasons with which X and Y chromosome pair with each other. Apart from pseudo-autosomal reasons, there is no reason that is identical in both chromosomes. Only PR1 and PAR2 that is present at the terminal ends. It is the homologous reason. Otherwise, apart from these two reasons, apart from it, all other reasons are non-recombining reasons of Y chromosome. NRY reasons ਜਿਹੜੇ ਆਪਾਂ ਇਹਨਾਂ ਨੂੰ कहते हैं. दिस इज 95% ਜਿਹੜੇ ਰੀਜ਼ਨ ਨੇ ਉਹ ਰਿਜ਼ੈਂਬਲ ਨਹੀਂ ਕਰਦੇ, ਉਹ ਇਕੁਅਲ ਨਹੀਂ ਹੁੰਦੇ. ਹੁਣ ਇਹ ਜਿਹੜੇ ਆਪਣੇ ਕੋਲੇ ਕੁਝ ਸੈਗਮੈਂਟਸ ਦੱਸੇ, ਜਸਟ ਇਹਨਾਂ ਦੀ ਆਇਡੈਂਟੀ ਦੱਸਿਆ ਹੋਇਆ ਕਿ ਕਿਹੜੇ ਕਿਹੜੇ ਸੈਗਮੈਂਟਸ ਨੇ, ਜਿਵੇਂ these are the X conserved reasons, these are added reasons, these are pseudo autosomal reasons. This is not important for us right now. ਸੋ ਆਪਣੇ ਕੋਲ ਇੱਥੇ ਕੀ ਚੀਜ਼ ਆ ਜਾਂਦੀ ਹੈ ਕਿ ਜਿਹੜੇ NRY ਰੀਜ਼ਨ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਨੋਨ ਰਿਕੰਬਾਈਨਿੰਗ ਰੀਜ਼ਨ ਆ ਸਾਰਾ ਰੀਜ਼ਨ ਨੋਨ ਰਿਕੰਬਾਈਨਿੰਗ ਰੀਜ਼ਨ ਆ ਇਨ ਕੇਸ ਆਫ ਵਾਈ ਕ੍ਰੋਮੋਸੋਮ. ਸੋ ਜਿਹੜਾ PAR1 ਰੀਜ਼ਨ ਆ, below that reason there is a gene SRY gene about which we have already discussed in detail. So the function of that gene is mainly to producing the male characters. So apart from it, there are always exceptions. What type of exceptions are there? Like we have example, the person is male when it having two X chromosomes. The person who have two X chromosome having the all female characters, but this is an exception. Why this happen? Because when there is a recombination between X Y chromosome, ਹੁਣ ਕਿਹੜੇ ਰੀਜ਼ਨ ਆਪਣੇ ਕੋਲ ਜਿਹੜੇ ਰਿਕੰਬਾਈਨ ਹੋਣਗੇ, ਕਿੱਥੇ ਕ੍ਰੋਸਿੰਗ ਓਵਰ ਹੋਏਗੀ, ਦੈਟ ਇਜ਼ PAR1 ਰੀਜ਼ਨ ਆਪਾਂ ਗੱਲ ਕਰ ਰਹੇ ਹਾਂ. ਕਿ ਇੱਥੋਂ ਹੋਮੋਲੋਗਸ ਆਪਾਂ ਸ਼ੋ ਕਰ ਰਹੇ ਹਾਂ, ਤਾਂ ਅਗਰ ਇੱਥੇ ਕ੍ਰੋਸਿੰਗ ਓਵਰ ਹੋ ਰਹੀ ਹੈ ਤਾਂ ਕੀ ਹੋ ਸਕਦਾ ਆਪਣੇ ਕੋਲ ਕਿ ਜਿਹੜੀ SRY ਜੀਨ ਆ, ਲਾਈਕ ਆਪਣੇ ਕੋਲ ਇੱਥੇ ਫੋਰ ਐਗਜ਼ਾਮਪਲ ਇਹ ਰੈੱਡ ਵਾਲੀ SRY ਜੀਨ, ਫੋਰ ਐਗਜ਼ਾਮਪਲ ਆਪਾਂ ਇਹਨੂੰ ਗੱਲ ਕਰ ਰਹੇ ਹਾਂ ਕਿ SRY ਜੀਨ ਆ, ਅਗਰ ਇਹ ਵਾਲੇ ਰੀਜ਼ਨ ਦੇ ਵਿੱਚ ਕਿਤੇ ਵੀ ਕ੍ਰੋਸਿੰਗ ਓਵਰ ਹੁੰਦੀ ਆ, ਤਾਂ ਕਈ ਵਾਰੀ ਕੋਈ ਕ੍ਰੋਸਿੰਗ ਓਵਰ ਦੇ ਵਿੱਚ ਅਗਰ ਡਿਫੈਕਟ ਆ ਗਿਆ ਤਾਂ ਜਿਹੜੀ ਵਾਈ ਕ੍ਰੋਮੋਸੋਮ ਦੇ ਉੱਪਰ ਜੀਨ ਆ, ਦੈਟ ਵਿਲ ਮੂਵ ਟੂ ਦੀ ਐਕਸ ਕ੍ਰੋਮੋਸੋਮ. ਸੋ ਐਕਸ ਕ੍ਰੋਮੋਸੋਮ ਦੇ ਉੱਤੇ SRY ਜੀਨ ਆ ਗਈ ਤਾਂ ਉਹਨੇ ਫੰਕਸ਼ਨ ਕਰਨਾ ਆ, ਨੇ TDF ਪ੍ਰੋਡਿਊਸ ਕਰਨਾ, ਉਹਨੇ ਟੈਸਟੋਸਟੀਰੋਨ ਪ੍ਰੋਡਿਊਸ ਕਰਨਾ. ਦੂਸਰਾ ਕੀ ਹੈ ਕਿ ਐਕਸ ਕ੍ਰੋਮੋਸੋਮ ਦੇ ਉੱਤੇ ਹੀ TFM ਫੈਕਟਰ ਪਏ ਨੇ. ਜਿਹੜਾ TFM ਫੈਕਟਰ ਆ ਉਹ ਵੀ ਐਕਸ ਕ੍ਰੋਮੋਸੋਮ ਦੇ ਉੱਤੇ ਪ੍ਰੈਜ਼ੈਂਟ ਆ. ਸੋ ਇਹ ਜਿਹੜੀ SRY ਜੀਨ ਆ ਉਹ ਫੰਕਸ਼ਨਲ ਹੋਊਗੀ. ਪਰ ਦੂਸਰਾ ਕੇਸ ਕੀ ਹੋ ਸਕਦਾ, ਜਦੋਂ ਵਾਈ ਕ੍ਰੋਮੋਸੋਮ ਦੇ ਤੋਂ ਜੀਨ X 'ਤੇ ਚੱਲੇਗੀ ਤਾਂ ਵਾਈ ਕ੍ਰੋਮੋਸੋਮ ਜਿਹੜਾ ਲੈਕ ਕਰ ਗਿਆ ਉਹ ਜੀਨ ਦੇ ਲਈ. ਸੋ ਅਗਰ ਹੁਣ ਕੋਈ ਪਰਸਨ ਆ ਜਿਹਦੇ ਵਿੱਚ X ਐਂਡ ਵਾਈ ਕ੍ਰੋਮੋਸੋਮ ਪ੍ਰੈਜ਼ੈਂਟ ਆ ਬਟ ਉਹ ਫੀਮੇਲ ਹੋਏਗਾ, ਬਿਕੋਜ਼ SRY ਜੀਨ ਇਜ਼ ਐਬਸੈਂਟ. ਮੇਨਲੀ SRY ਜੀਨ ਆ ਜਿਹੜੀ ਉਹਨੇ ਹੀ ਸਾਰਾ ਫੰਕਸ਼ਨ ਕਰਨਾ ਆ. ਦੈਨ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਕਿ ਡੇਵਿਡ ਪੇਸ ਜਿਹੜੇ ਸਾਇੰਟਿਸਟ ਸੀਗੇ, ਉਹਨਾਂ ਨੇ ਅੱਗੇ ਕਾਫੀ ਜ਼ਿਆਦਾ ਜਿਹੜਾ ਆਪਣੇ ਕੋਲ ਇਹਦੇ ਉੱਤੇ ਕੰਮ ਕੀਤਾ ਐਂਡ ਜਿਹੜਾ ਹੈਗਾ ਮੇਨਲੀ ਪ੍ਰੋਬਸ ਯੂਜ਼ ਕਰਕੇ ਕਾਫੀ ਜ਼ਿਆਦਾ ਜੀਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਫਾਈਂਡ ਆਊਟ ਕੀਤਾ ਕਿ ਕਿੱਦਾਂ ਕਿਹੜੀਆਂ ਜੀਨਸ ਜਿਹੜੀਆਂ ਨੇ ਉਹ ਕਿੱਥੇ ਪ੍ਰੈਜ਼ੈਂਟ ਆ. ਹੁਣ ਆਪਣੇ 'ਚ ਇਹਦੇ ਵਿੱਚ ਇੱਕ ਗੱਲ ਆ ਜਾਂਦੀ ਆ ਕਿ ਜਿਹੜਾ ਆਪਾਂ ਵਾਈ ਕ੍ਰੋਮੋਸੋਮ ਦੀ ਗੱਲ ਕਰ ਰਹੇ ਹਾਂ ਕਿ PRY ਰੀਜ਼ਨ ਤੋਂ ਜਦੋਂ ਆਪਾਂ ਨੀਚੇ ਨੂੰ ਆਉਂਦੇ ਹਾਂ ਸੈਂਟਰੋਮੀਅਰ ਦੇ ਵੱਲ,
ਤਾਂ ਉੱਥੇ ਸਾਰਾ ਯੂਕਰੋਮੈਟਿਕ ਰੀਜਨ ਹੁੰਦਾ ਔਨ ਬੋਥ ਦਾ ਆਰਮਸ, ਪੀ ਆਰਮ ਦੈਟ ਇਜ਼ ਸ਼ਾਰਟ ਆਰਮ ਆਫ ਕ੍ਰੋਮੋਸੋਮ ਔਰ ਲੌਂਗ ਆਰਮ ਆਫ ਕ੍ਰੋਮੋਸੋਮ ਦੇ ਉੱਤੇ ਮੇਨਲੀ ਜਿਹੜਾ ਯੂਕਰੋਮੈਟਿਕ ਰੀਜਨ ਹੁੰਦਾ, ਔਰ ਜਿਹੜਾ PR2 ਰੀਜਨ ਆ, ਜਿਹੜਾ ਲੌਂਗ ਆਰਮ ਦੀ ਟਿਪ ਆ, ਉਹਦੇ ਨਾਲ ਥੋੜ੍ਹਾ ਜਿਹਾ ਰੀਜਨ ਹਟੀਰੋਕ੍ਰੋਮੈਟਿਕ ਹੁੰਦਾ। ਸੋ ਅਕੋਰਡਿੰਗ ਟੂ ਦੈਟ ਜਿਹੜੀਆਂ ਜੀਨਸ ਇੱਦਾਂ ਜਿਹੜੀਆਂ ਕਿੱਦਾਂ ਜਿਹੜੀਆਂ ਇਹਦੇ ਉੱਤੇ ਪ੍ਰੈਜ਼ੈਂਟ ਆ, ਉਹ ਸਾਰੀਆਂ ਇਹਦੇ ਨਾਲ ਉਹਨਾਂ ਨੇ ਆਇਡੈਂਟੀਫਾਈ ਕੀਤੀਆਂ, ਜਿਹਦੇ ਵਿੱਚ ਮੇਨਲੀ ਆਪਣੇ ਕੋਲ ਜਿਹੜਾ ਯੂਕਰੋਮੈਟਿਨ ਰੀਜਨ ਆ NRY ਜੀਨ ਦਾ, ਉਹਦੇ ਉੱਪਰ ਸਾਰੇ ਜਿਹੜੇ ਹੈਗੇ ਆ ਜੀਨਸ ਪ੍ਰੈਜ਼ੈਂਟ ਨੇ। ਔਰ ਇਹ ਜਿਹੜੀਆਂ ਜੀਨਸ ਨੇ ਇਹਨਾਂ ਨੂੰ ਫਰਦਰ ਦੋ ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ। ਇੱਕ ਤਾਂ ਜੀਨ ਸੀਗੀਆਂ ਜਿਹੜੀਆਂ ਹੋਮੋਲੋਗਸ ਨੇ ਐਕਸ ਕ੍ਰੋਮੋਸੋਮ ਦੇ। ਹੁਣ ਅਗਰ ਉਹ ਜੀਨਸ ਨੇ ਜਿਹੜੀਆਂ ਐਕਸ ਕ੍ਰੋਮੋਸੋਮ ਦੇ ਉੱਤੇ ਵੀ ਪ੍ਰੈਜ਼ੈਂਟ ਆ, ਵਾਈ ਕ੍ਰੋਮੋਸੋਮ ਦੇ ਉੱਤੇ ਵੀ ਪ੍ਰੈਜ਼ੈਂਟ ਆ, ਸੋ ਇਟ ਮੀਨ ਆਪਣਾ ਕਿਸੇ ਸਪੈਸੀਫਿਕ ਜਿਹੜਾ ਹੈਗਾ ਆ ਪਰਸਨ ਮੀਨਸ ਮੇਲ ਔਰ ਫੀਮੇਲ ਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈਗਾ। ਇਟ ਜਸਟ ਕੰਪਲੀਟਲੀ ਕਲੀਅਰ ਹੈ ਇਸ ਚੀਜ਼ ਤੋਂ ਕਿ ਇਹ ਜਿਹੜੀਆਂ ਜੀਨਸ ਨੇ ਕੋਈ ਜਿਹੜਾ ਨਾਰਮਲ ਫੰਕਸ਼ਨਸ ਕਰਦੀਆਂ ਨੇ, ਕੋਈ ਸੈਲੂਲਰ ਨਾਰਮਲ ਜਿਹੜੇ ਫੰਕਸ਼ਨਸ ਨੇ ਬਾਡੀ ਦੇ, ਉਹੀ ਪਰਫਾਰਮ ਕਰਦੀਆਂ ਨੇ। ਸੋ these kind of genes which is homologous on X and Y chromosome known as housekeeping genes. Second type of genes lacking homology on X chromosome, only Y chromosome contain that genes, no homologous gene is present on the X chromosome. These genes are present in multiple copies, are related to the fertility of male. Definitely कि ਜਿਹੜੀਆਂ genes specific ਨੇ कि these are present only on the Y chromosome, so these are related with the fertility of the males. On the main reason of the sterility in males is due to the mutations in these genes. So अगर किसी भी जीन ਦੇ ਵਿੱਚ mutation ਹੁੰਦੀ ਹੈ ਤਾਂ ultimately it will make the fertile man into a sterile person. Then about ਜਿਹੜਾ ਆਪਣੇ ਕੋਲ ਬਿਫੋਰ ਟਾਕਿੰਗ ਅਬਾਊਟ ਦੀ ਪਲਾਂਟਸ, ਅਗਰ ਆਪਾਂ ਗੱਲ ਕਰੀਏ ਕਿ ਜਿਹੜੇ ਮੇਲ ਆਪਣੇ ਹਿਊਮਨਸ ਦੇ ਵਿੱਚ ਗੈਮੀਟਸ ਨੇ ਜਾਂ ਜਿਹੜੇ ਆਪਣੇ ਕੋਲ ਹਿਊਮਨ ਮੇਲ ਨੇ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਗੈਮੀਟਸ ਬਣਨਗੇ ਉਹ ਕਿਹੜੇ ਬਣਨਗੇ, ਜਿਹਦੇ ਵਿੱਚ ਨਾਰਮਲ ਆਪਣੇ ਕੋਲ 23 ਪੇਅਰ ਆਫ ਕ੍ਰੋਮੋਸੋਮ ਹੁੰਦੇ ਆ, ਜਿਨ੍ਹਾਂ ਦੇ ਵਿੱਚ 22 ਆਟੋਜ਼ੋਮਸ ਹੁੰਦੇ ਨੇ ਔਰ ਇੱਕ ਜਿਹੜਾ ਐਲੋਜ਼ੋਮ ਹੁੰਦਾ ਆ। ਠੀਕ ਆ, ਤਾਂ ਹੁਣ ਕੀ ਆ ਆਪਣੇ ਕੋਲ ਦਿਸ ਇਜ਼ ਅ ਵਾਈ ਐਕਸ ਐਂਡ ਵਾਈ ਕ੍ਰੋਮੋਸੋਮ ਆ। ਹੁਣ ਜਦੋਂ ਆਪਣੇ ਕੋਲ ਬਣੇਗਾ ਗੈਮੀਟਸ ਬਣਨਗੇ, ਠੀਕ ਹੈ, these are 23 ਪੇਅਰ ਆ, ਹੈ ਨਾ, ਤਾਂ ਇਟ ਮੀਨ ਕੀ ਹੈ 22 ਇੱਧਰ ਆ ਜਾਣਗੇ, 22 ਦੂਸਰੇ ਗੈਮੀਟ ਦੇ ਵਿੱਚ ਚਲੇ ਜਾਣਗੇ, ਬਟ ਐਕਸ ਐਂਡ ਵਾਈ ਕ੍ਰੋਮੋਸੋਮ ਨੇ ਵੀ ਸੈਪਰੇਟ ਹੋ ਜਾਣਾ, ਇੱਕ ਦੇ ਵਿੱਚ ਐਕਸ ਚਲਿਆ ਜਾਏਗਾ, ਇੱਕ ਦੇ ਵਿੱਚ ਵਾਈ ਚਲਿਆ ਜਾਏਗਾ। ਹੁਣ ਜਿਹਦੇ ਵਿੱਚ 22 ਆਟੋਜ਼ੋਮਸ ਨੇ ਨਾਲ ਐਕਸ ਕ੍ਰੋਮੋਸੋਮ ਆ, ਦੈਟ ਗੈਮੀਟ ਜਿਹੜਾ ਬਣਦਾ ਦੈਟ ਇਜ਼ ਕੋਲਡ ਗਾਇਨੋਸਪਰਮ, ਔਰ ਜਿਹੜਾ ਆਪਣੇ ਕੋਲ 22 ਪਲੱਸ ਵਾਈ ਕ੍ਰੋਮੋਸੋਮ ਵਾਲਾ ਜਿਹੜਾ ਗੈਮੀਟ ਬਣਦਾ ਦੈਟ ਇਜ਼ ਐਂਡਰੋਸਪਰਮਸ। ਠੀਕ ਹੈ, ਸੋ ਟੂ ਟਾਈਪ ਦੇ ਗੈਮੀਟਸ ਬਣਦੇ ਨੇ, ਐਂਡਰੋਸਪਰਮ ਐਂਡ ਗਾਇਨੋਸਪਰਮ। ਹੁਣ ਇੱਕ ਜਿਹੜੀ ਇੰਪੋਰਟੈਂਟ ਜਿਹੜੀ ਚੀਜ਼ ਆ ਕਿ ਸੋ equal number of gametes ਬਣਦੇ, there is equal chances to getting a male or female child. So as the Y chromosome determine the male sex of the individual, it is also called androsome. ਠੀਕ ਆ, ਵਾਈ ਕ੍ਰੋਮੋਸੋਮ ਦੇ ਉੱਤੇ ਡਿਪੈਂਡ ਆ, ਉਹਨੇ ਡਿਟਰਮਿਨ ਕਰਨਾ ਕਿ ਜਿਹੜਾ ਆਫ ਸਪਰਿੰਗ ਆ ਉਹ ਬੋਏ ਆ, ਮੇਲ ਆ ਜਾਂ ਫੀਮੇਲ ਆ। ਇਟ ਕੰਪਲੀਟਲੀ ਡਿਪੈਂਡ ਔਨ ਦੀ ਵਾਈ ਕ੍ਰੋਮੋਸੋਮਸ, ਦਿਸ ਇਜ਼ ਕਾਲਡ ਐਂਡਰੋਜ਼ੋਮ। ਐਂਡਰੋਜ਼ੋਮ ਕਿਉਂ ਕਹਿੰਦੇ, ਕਿਉਂਕਿ ਇਹ ਡਿਟਰਮਿਨ ਕਰਦਾ ਕਿ ਮੇਲ ਚਾਈਲਡ ਬਣੇਗਾ। ਠੀਕ ਆ, ਅਗਰ ਇਹਦੀ ਐਬਸੈਂਸ ਆ ਤਾਂ ਓਬਵੀਅਸ ਆ ਕਿ ਫੀਮੇਲ ਚਾਈਲਡ ਬਣੂਗਾ, ਬਟ ਅਗਰ ਵਾਈ ਕ੍ਰੋਮੋਸੋਮ ਪ੍ਰੈਜ਼ੈਂਟ ਆ ਤਾਂ ਮੇਲ ਚਾਈਲਡ ਬਣੂਗਾ। ਤਾਂ ਇਟ ਮੀਨ ਮੇਨਲੀ ਇਹ ਕੀ ਡਿਟਰਮਿਨ ਕਰਦਾ ਆ, ਮੇਲ ਸੈਕਸ ਦੀ ਫਾਰਮੇਸ਼ਨ ਨੂੰ। ਸੋ ਦਿਸ ਇਜ਼ ਕਾਲਡ ਐਂਡਰੋਸੋਮ। Sex determination in plants, that is X and XY type, we will discuss in the next video. Thanks for listening. Thank you so much.